हाँ जी बेटे, डू यू हैव एनी डाउट्स? ठीक है बेटे, पढ़िया ही नहीं हैगा हजे। मैम पढ़ लिया सी। ਓਕੇ, ਚਲੋ ਬੇਟੇ ਆਪਾਂ ਨੈਕਸਟ ਚੱਲਦੇ ਆਂ। ਆਪਾਂ ਇਹਦੇ ਚੋਂ ਦੇਖੋ ਕੱਲ ਆਪਾਂ ਨੇ ਕੀ ਕੀਤਾ ਸੀਗਾ। ਆਪਾਂ ਪਹਿਲੇ ਕੱਲ ਵਾਲਾ 2-3 ਮਿੰਟਸ ਚ ਮੈਂ ਰਿਵਾਈਜ਼ ਕਰਾ ਦਿੰਨੀ ਆ। ਆਪਾਂ ਨੇ ਮੇਲ ਵਾਲਾ ਸਿਸਟਮ ਸਟਾਰਟ ਕੀਤਾ ਸੀਗਾ, ਜਿਹਦੇ ਅੰਦਰ ਆਪਾਂ ਨੇ ਪਹਿਲਾਂ ਕਿਹਾ ਸੀਗਾ ਕਿ ਆ ਬਾਇਲੋ ਆਫ ਡੈਂਥਰ ਹੈ, ਆ ਉਹਦਾ ਫਿਲਾਮੈਂਟ ਹੈ। ਫਿਰ ਮੈਂ ਐਂਥਰ ਨੂੰ ਜਿਹੜਾ ਹੈ ਆਪਾਂ ਉਹਦਾ ਕ੍ਰਾਸ ਸੈਕਸ਼ਨ ਦੇਖਿਆ, ਤਾਂ ਉਹਦੇ ਕ੍ਰਾਸ ਸੈਕਸ਼ਨ ਦੇ ਅੰਦਰ ਆਪਾਂ ਨੇ ਉਹਦੀਆਂ ਲੇਅਰਸ ਦੇਖੀਆਂ। ਫਿਰ ਆਪਾਂ ਨੇ ਉਹਦੇ ਸਪੋਰੋਜੀਨਸ ਟਿਸ਼ੂ ਚੋਂ ਇੱਕ ਸੈੱਲ ਲੈ ਲਿਆ। ਉਸ ਸੈੱਲ ਦੇ ਅੰਦਰ ਆਪਾਂ ਨੇ ਕਿਹਾ ਕਿ ਮਿਓਸਿਸ ਹੁੰਦੀ ਹੈ, ਠੀਕ ਹੈ। ਮਿਓਸਿਸ ਤੋਂ ਬਾਅਦ ਇਹ ਸੈੱਲ ਜਿਹਨੂੰ ਆਪਾਂ ਪੀਐਮਸੀ ਕਿਹਾ ਸੀਗਾ, ਪੋਲਨ ਮਦਰ ਸੈੱਲ, ਇਹ ਸੈੱਲ ਨੇ 4 ਸੈੱਲਸ ਨੇ ਜਿਹੜੇ ਉਹ ਕ੍ਰੀਏਟ ਕਰ ਲਏ, ਠੀਕ ਹੈ, ਬਾय ਮਿਓਸਿਸ। फिर अपन ने क्या है, चारों सेल्स साइमल्टेनियसली ग्रो होंगे, ऑल द 4 सेल्स विल ग्रो साइमल्टेनियसली। मैं ना जो एक सेल लिया, ठीक है, इस सेल के अंदर वैक्यूलेशन होनी स्टार्ट होगी। वैक्यूलेशन दे एज ए रिजल्ट एदा जेड़ा न्यूक्लियस सीगा वो पेरीफेरी वाल चला गया, दैट विल पुश टुवर्ड पेरीफेरी। ਉੱਥੇ ਜਾ ਕੇ ਉਹਦੇ ਅੰਦਰ ਫੋਰਸਸ ਸਟਾਰਟ ਹੋਈਆਂ, ਜਿਹਦੇ ਐਜ਼ ਅ ਰਿਜ਼ਲਟ ਉਹ ਦੋ ਦੇ ਅੰਦਰ ਡਿਵਾਈਡ ਹੋ ਗਿਆ। ਇੱਕ ਸੈੱਲ ਤਾਂ ਉਹਦੇ ਸੈਂਟਰ ਚ ਆ ਗਿਆ, ਤੇ ਇੱਕ ਸੈੱਲ ਨੂੰ ਆਪਾਂ, ਇੱਕ ਸੈੱਲ ਜਿਹੜਾ ਹੈ ਉਹ ਸਪਿੰਡਲ ਸ਼ੇਪ ਦੇ ਅੰਦਰ ਉਹਦੀ ਵਾਲ ਦੇ ਨਾਲ ਹੀ ਅਟੈਚ ਹੋ ਗਿਆ, ਠੀਕ ਹੈ। ਜਿਹੜਾ ਸੈੱਲ ਸੈਂਟਰ ਚ ਆਇਆ ਇਹਨੂੰ ਆਪਾਂ ਨੇ ਕਿਹਾ ਸੀਗਾ ਕਿ ਇਹ ਵੈਜੀਟੇਟਿਵ ਸੈੱਲ ਹੈ। ਜਿਹੜਾ ਸੈੱਲ ਸਪਿੰਡਲ ਸ਼ੇਪ ਲੈ ਗਿਆ ਇਹਨੂੰ ਆਪਾਂ ਨੇ ਕਿਹਾ ਜਨਰੇਟਿਵ ਸੈੱਲ ਹੈ। ਮੈਕਸਿਮਮ ਪਲਾਂਟਸ ਦੇ ਅੰਦਰ ਮੈਂ ਕਿਹਾ ਸੀਗਾ ਕਿ ਜਿਹੜੀ ਪੋਲੀਨੇਸ਼ਨ ਹੈ ਉਹ ਇਸ ਸਟੇਜ ਦੇ ਅੰਦਰ ਹੀ, 2 ਸੈਲਡ ਸਟੇਜ ਦੇ ਅੰਦਰ ਹੀ ਹੋ ਜਾਂਦੀ ਹੈ, ਠੀਕ ਹੈ। ਬਟ ਕਈਆਂ ਦੇ ਅੰਦਰ ਕੀ ਹੁੰਦਾ ਹੈ, ਆ ਜਿਹੜਾ ਜਨਰੇਟਿਵ ਸੈੱਲ ਹੈ ਇਹ ਦੁਬਾਰਾ ਫੇਰ ਮਾਈਟੋਸਿਸ ਕਰਦਾ ਹੈ, ਤੇ ਆਪਣੇ ਕੋਲ ਇੱਥੇ ਸਿਚੁਏਸ਼ਨ ਕੀ ਹੋ ਜਾਂਦੀ ਹੈ, 3 ਸੈਲਡ ਹੋ ਜਾਂਦੀ ਹੈ। ਜਦੋਂ ਸਿਚੁਏਸ਼ਨ 3 ਸੈਲਡ ਹੋਊਗਾ, ਇਹਦੇ ਅੰਦਰ ਵੀ 3 ਸੈਲਡ, ਬਟ ਲੇਟਰ ਔਨ ਇਹਦੇ ਅੰਦਰ ਪ੍ਰਾਇਮਰੀ ਲੈਵਲ ਤੇ ਹੀ 3 ਸੈਲਡ ਹੋ ਗਿਆ, ਜਿਹਦੇ ਅੰਦਰ 2 ਆਰ ਮੇਲ ਗੈਮੀਟਸ, 2 ਆਰ ਮੇਲ ਗੈਮੀਟਸ ਹੋ ਗਏ, एंड 1 अपने को की हो गया ट्यूब न्यूक्लियस हो गया, एंड 1 विल बी ट्यूब न्यूक्लियस, ठीक है। इत्थों तक अपन ने कल दी क्लास के अंदर डिस्कस किया सी, इवन कल और परसों दोनों क्लासेस के अंदर आप इत्थों तक डिस्कस कर लिया सीगा। हुन देखो बेटे, फिर अपने को की है, आप अज की स्टार्ट करांगे। अज अपने को आ गया पोलन ग्रेन का स्ट्रक्चर की है। हुन जेड़ा स्ट्रक्चर बनया जिहदे अंदर अपन ने 2 सेल्ड स्टेज कही है, एक जनरेटिव सेल है, एक मेरा वेजिटेटिव न्यूक्लियाई है, ठीक है। जनरेटिव है, वेजिटेटिव है। ਇਹਦੀ स्ट्रक्चर की कहती है, पोलन ग्रेन ਦੇ ਬਾਹਰ 2 ਲੇਅਰਸ ਪ੍ਰੈਜ਼ੈਂਟ ਹੁੰਦੀਆਂ ਨੇ। ਆਊਟਰ ਲੇਅਰ ਹੈ ਜਿਹੜੀ ਉਹਨੂੰ ਆਪਾਂ ਕਹਿੰਦੇ ਆ ਐਗਜ਼ਾਈਮ, ਇਨਰ ਲੇਅਰ ਹੁੰਦੀ ਹੈ ਜਿਹੜੀ ਉਹਨੂੰ ਆਪਾਂ ਕਹਿੰਦੇ ਆ ਇੰਟਾਈਮ। ਜਿਹੜੀ ਆਊਟਰ ਲੇਅਰ ਹੁੰਦੀ ਹੈ ਉਹਦੇ ਉੱਪਰ ਇੱਕ ਕੈਮੀਕਲ ਡਿਪੋਜ਼ਿਟ ਹੁੰਦਾ ਹੈ ਜਿਹਨੂੰ ਆਪਾਂ ਕਹਿੰਦੇ ਆ ਸਪੋਰੋਪੋਲਿਨ। ਦ ਕੈਮੀਕਲ present on the outer layer, ਇਹ ਆਪਾਂ ਕੱਲ ਦੀ ਕਲਾਸ ਦੇ ਅੰਦਰ ਡਿਸਕਸ ਕੀਤਾ ਸੀਗਾ, that is sporopollenin, ਠੀਕ ਹੈ। ਇਹ ਕੀ ਦੇ ਰਿਹਾ ਇਹਨੂੰ, fossils like characters ਵੀ ਪ੍ਰੋਵਾਈਡ ਕਰ ਰਿਹਾ ਨਾ, ਤਾਂ ਕਿ ਪੋਲਨ ਗ੍ਰੇਨ ਹੈ ਜਿਹੜਾ ਉਹ ਜਲਦੀ ਜਲਦੀ ਡੈਮੇਜ ਨਾ ਹੋਏ ਜਦੋਂ ਉਹ ਸੋਇਲ ਦੇ ਅੰਦਰ ਚਲਾ ਜਾਏ, ਮਤਲਬ ਕਾਫੀ ਲੰਬੇ ਸਮੇਂ ਤੱਕ ਰੈਜ਼ਿਸਟ ਕਰੇ। ਹੁਣ ਆਪਣੇ ਕੋਲ ਹੈ ਕਿ ਇਹਦੀ ਆਊਟਰ ਲੇਅਰ ਨੂੰ ਆਪਾਂ ਕੀ ਕਹਿੰਦੇ ਆ, ਐਗਜ਼ਾਈਮ। ਆਊਟਰ ਲੇਅਰ ਇਜ਼ ਐਗਜ਼ਾਈਮ। एग्जाइन है ना जी बेटे, इट इज नॉट अ कंटिन्यूअस लेयर, ठीक है। ਇਹਦੇ ਅੰਦਰ pores present ਹੁੰਦੇ ਨੇ, यानी कि it is broken at some places। ਪਹਿਲੀ ਗੱਲ ਤਾਂ ਇਹ broken है क्यों, why it is broken at some places, ਇਸ ਨੂੰ ਕਹਿੰਦੇ ਨੇ germ pore। what is the reason कि it is broken, कि ਜਦੋਂ ਇੱਕ pollen grain ਆਪਣੇ stigma ਦੇ ਉੱਪਰ ਜਾ ਕੇ ਗਿਰੂਗਾ तो अंदर किवें जाऊगा, 2 लेयर्स जो किसी ਨੂੰ ਵੀ अंदर पेनिट्रेट करना will be difficult ना, ਤਾਂ God has given it the germ pore। ਤਾਂ ਇਹਦੀ ਸਟਰਕਚਰ ਦੇ ਅੰਦਰ germ pores ਨੇ। ਇਸ germ pore ਤੋਂ ਕੀ ਹੁੰਦਾ ਹੈ, ਇਹਦੀ ਟਿਊਬਰਾਈਜ਼ ਹੁੰਦੀ ਹੈ ਜਦੋਂ ਇਹ ਫੀਮੇਲ ਦੇ ਉੱਪਰ ਜਾ ਕੇ ਗਿਰਦਾ ਹੈ, ਠੀਕ ਹੈ। ਤਾਂ ਇਹ ਕੀ ਹੋ ਗਿਆ, ਇਹ ਪੋਲਨ ਗ੍ਰੇਨ ਦਾ ਉੱਪਰ ਵਾਲਾ ਸਟਰਕਚਰ ਹੋ ਗਿਆ, ਇਹ ਇਹਦੇ germ pore ਚੋਂ ਟਿਊਬਰਾਈਜ਼ ਹੋ ਰਹੀ ਹੈ, ਠੀਕ ਹੈ। ਤਾਂ germ pore ਦਾ ਫੰਕਸ਼ਨ ਪਤਾ ਚੱਲ ਗਿਆ कि germ pore चो पोलन ट्यूबराइज होती है। germ pore is there ताकि जेडी पोलन ट्यूब है वो इजीली अराइज हो जाए
तो दैट इज एक मैम्ब्रेन चो निकलना उन्होंने ज्यादा ईजी है कंपैरेटिवली दो मैम्ब्रेन चो निकलना, ठीक है। तो दैट इज वाई वो जर्म पोर चो निकलती है बेटे, जर्म पोर चो पोलन ट्यूब निकल जाती है। तो पोलन ਜਿਹੜਾ ग्रेन है ਇਹਦੇ अंदर दो न्यूक्लियाइज प्रेजेंट ने, वन इज दिस, ठीक है। ਇੱਕ ਨੂੰ ਆਪਾਂ ਨੇ ਕਿਹਾ ਵੈਜੀਟੇਟਿਵ ਨਿਊਕਲੀਆਈ, ਦੂਸਰੇ ਨੂੰ ਆਪਾਂ ਨੇ ਕਹਿਤਾ ਜਨਰੇਟਿਵ ਨਿਊਕਲੀਆਈ, ठीक है। ਹੁਣੀ ਆਪਾਂ ਡਿਸਕਸ ਕਰਕੇ ਵੀ ਹਟੇ। ਇਹਦੇ ਅੰਦਰ ਇਹਦਾ ਸਾਈਟੋਪਲਾਜ਼ਮ ਪ੍ਰੈਜ਼ੈਂਟ ਹੈ। ਸਾਈਟੋਪਲਾਜ਼ਮ ਤੋਂ ਇਲਾਵਾ ਇਹਦੇ ਅੰਦਰ ਬਿਗ ਵੈਕਿਊਲਸ ਨੇ ਜਿਹੜੇ ਉਹ ਪ੍ਰੈਜ਼ੈਂਟ ਨੇ, ਠੀਕ ਹੈ। ਇਹਨਾਂ ਵੈਕਿਊਲਸ ਕਰਕੇ ਹੀ, ਕਿਉਂਕਿ ਜਦੋਂ ਇੱਕ ਪੋਲਨ ਗ੍ਰੇਨ ਸਟਿਗਮਾ ਦੇ ਉੱਪਰ ਜਾ ਕੇ ਗਿਰਦਾ ਤਾਂ ਇਹਦਾ ਸਾਈਜ਼ ਹੋਰ ਵੀ ਜ਼ਿਆਦਾ ਇੰਕਰੀਜ਼ ਹੁੰਦਾ ਹੈ, क्योंकि उन्हें उत्थे जाके वाटर एब्जॉर्ब करना है, ठीक है, वाटर एब्जॉर्ब करना, न्यूट्रिएंट्स लेने हैं। तो जदों उत्थे जाके वाटर एब्जॉर्ब करूगा, न्यूट्रिएंट्स लऊगा, तो ओदा साइज होर भी ज्यादा इंक्रीज होगा। जेकर ओदा साइज होर इंक्रीज होगा तो ओदे अंदर वैक्यूल्स होर ज्यादा आएंगे, जिदे करके ओदा जिहड़ा जनरेटिव सेल सीगा, अगर वो 2 सेल स्टेज च है तो वो पॉलिनेशन तो बाद 3 सेल्ड स्टेज दे अंदर आ जाता है, ठीक है। जिन्हां दा 2 च सीगा वो भी 3 च आ जाता है, जिन्हां दा ऑलरेडी 3 च सीगा वो 3 च ही रहिंदा है, पर ओदी जर्म जिहड़ी पोलन ट्यूब है जर्म पोर चों वो अराइज होनी स्टार्ट हो जाती है। जिहड़ा 2 वाला 3 च कन्वर्ट हुंदा है, ओदी जर्म ट्यूब जिहड़ी पोलन ट्यूब है वो बाद च अराइज हुंदी है बेटे, ठीक है। पहला 3 च कन्वर्ट होगा, लेटर ऑन ओदी ट्यूब अराइज होगी। हुण बेटे की होगा अपने कोल, हुण जिहड़ा फीमेल वाला पार्ट सीगा उस पार्ट दे अंदर आ जाओ। जो फीमेल वाला पोर्शन है, आप पहले फीमेल पार्ट देखते हैं। फीमेल पोर्शन यानी कि फीमेल गैमेटोफाइट, जिन्हों आप पहला मेल नु आपने की किया मेगा माइक्रोस्पोरोफिल, ठीक है। हुण आप मेल पार्ट नु क्या माइक्रोस्पोरोफिल, फीमेल पार्ट नु की कह रहे हैं आप मेगास्पोरोफिलस, मेगास्पोरोफिल कह रहे हैं, ठीक है। माइक्रोस्पोरोफिल कह रहे हैं आप। मेल पार्ट इज माइक्रोस्पोरोफिल, फीमेल नु क्या मेगास्पोरोफिल, ठीक है। फीमेल गैमेटोफाइट। ठीक है काशवी, मैं बेटे थोड़ा डाउट लैनी आ, पहले मैं अपना टॉपिक कंप्लीट कर ला, ठीक है। डाउट्स मैं लैनी आ इन लास्ट 5 मिनट्स आई विल टेक योर डाउट्स। हुण बेटे अपने कोल की आ गया, आ मेरे कोल फीमेल पोर्शन आ गया, ठीक है। ਇਹਦੇ ਆਪਾਂ ਨੂੰ ਪਤਾ ਹੈ ਐਸ ਵੀ ਨੋ ਆਲਰੇਡੀ ਕਿ ਇਹਦੇ ਕੋਲ 3 ਪਾਰਟਸ ਹੁੰਦੇ ਨੇ, ਸਟਿਗਮਾ, ਸਟਾਈਲ ਐਂਡ ਓਵਰੀ, ਠੀਕ ਹੈ। ਆਪਾਂ ਨੂੰ ਮੈਂ ਲੇਬਲ ਨਹੀਂ ਕਰ ਰਹੀ, ਵੀ ਨੋ ਇਟ ਇਜ਼ ਸਟਿਗਮਾ, ਦਿਸ ਇਜ਼ ਸਟਾਈਲ, ਦਿਸ ਇਜ਼ ਓਵਰੀ। ओवरी दे अंदर इस तरीके दे पहले सेल्स हुंदे ने, ठीक है। इनिशियली ਇਹਦੇ अंदर भी टिश्यू लाइक सेल्स ने ਜਿਹੜੇ ਉਹ प्रेजेंट ने, टिश्यू प्रेजेंट है। ਹੁਣ ਉਹਦੇ ਅੰਦਰ ਆਪਾਂ ਨੇ ਕੀ ਕਿਹਾ ਸੀਗਾ, ਮੇਲ ਪਾर्ट ਦੇ ਅੰਦਰ they act as PMC, पोलन मदर सेल, क्योंकि ਉੱਥੇ ਕੀ बनना है, पोलन ग्रेन बनना ਸੀਗਾ, ਤਾਂ that is why ਆਪਾਂ ਨੇ ਉਹਨੂੰ PMCs कहता ਸੀ। ਇੱਥੇ ਆਪਣੇ ਕੋਲ ਇਹਨਾਂ ਸੈਲਸ ਨੂੰ, ਇਹਨਾਂ ਚੋਂ ਕੁਝ ਸੈਲਸ ਨੇ ਜਿਹੜੇ they will start acting as MMCs, ठीक है। MMC का मतलब की हो गया मेगास्पोर मदर सेल, मेगास्पोर मदर सेल। हुण मान लो इन्हां चों मैं एक सेल इत्थे बना लिया, आ मेगास्पोर मदर सेल, ठीक है। हुण ये भी सेम प्रोसीजर दे नाल इट विल अंडरगो द मियोसिस। मियोसिस नाल इन्हें 4 सेल्स बना ले, 1 2 3 4। एज वी नो कि मेल दे अंदर चाहे वो प्लांट है चाहे वो ह्यूमन है, ऑल द 4 सेल्स जो मियोसिस तो बाद आएंगे दे विल बी एक्टिवली पार्टिसिपेटिंग, ठीक है। वो एक्टिव ने सारे दे सारे ही, ऑल द 4 स्पर्म्स आर एक्टिव, दैट इज व्हाई नंबर ऑफ स्पर्म्स इज हायर। एंड फीमेल जिहड़ा प्लांट है ਉਹਦੇ अंदर भी all the 4 cells are active, ठीक है। चारों पोलन ग्रेन्स एक्टिव ने। लेकिन जिहड़ा फीमेल सेल मियोसिस करता है, क्योंकि ਇਹਦਾ रीजन की है, ताकि एक सेल ਨੂੰ पूरी तरह नरिशमेंट ਦਿੱਤਾ ਜਾਏ, क्योंकि फीमेल सेल ने लेटर ऑन
सीड प्रोड्यूस करना है इन केस ऑफ द प्लांट, इन केस ऑफ द प्लांट इथे अपने को सीड प्रोड्यूस करना है। इन केस ऑफ द ह्यूमन उथे बेबी दी फॉर्मेशन होंदी जिन्हों को फीटस कह दिंदे हैं, ठीक है। तो इथे सीड बनना है, उथे बेबी बनना है, उन्होंने नरिशमेंट प्रॉपर वे दे नाल मिलनी चाहिए है ना। दे शुड गॉट द नरिशमेंट। एक सेल नु नरिशमेंट देना इज इजीली एज कंपेयर टू द 4 सेल्स नु, ठीक है। एक सेल इजीली बने। हुन 3 सेल्स ने ना जेडे आउट ऑफ द 4 द 3 सेल्स they will degenerate, ठीक है। फीमेल दे केस all the 3 cells they will degenerate। जेड़ा मेरे कोल एक सेल रह गया, this cell ए वाला सेल है जेड़ा ए रह गया, ਇਹਦੇ अंदर फ्यूचर जेड़ा ਆਪਾਂ कह सकते हैं एग सेल है जेड़ा वो बनूगा and that will lead to later on seed formation। ਤੇ ਇਹੀ पूरा ਦਾ पूरा स्ट्रक्चर है जेड़ा ਇਹ ओव्यूल ਦੇ अंदर कन्वर्ट हो जाएगा, ठीक है। ਹੁਣ ਆਪਣੇ ਕੋਲ ਬੇਟੇ ਕੀ ਆ ਗਿਆ, ਹੁਣ ਆਪਾਂ ਇਸੇ ਸੈੱਲ ਨੂੰ ਹੀ ਹੁਣ ਆਪਾਂ ਕੀ ਕਰ ਰਹੇ ਹਾਂ, ਇਸੇ ਸੈੱਲ ਨੂੰ ਹੀ ਕੀ ਕਰ ਰਹੇ ਹਾਂ ਆਪਾਂ, ਇਹਦਾ ਆ ਉਹੀ ਸੇਮ ਸੈੱਲ ਆ ਗਿਆ, ਉੱਪਰ ਵਾਲੇ 3 ਸੈਲਸ ਰੀਜਨਰੇਟ ਹੋ ਗਏ, ਆ ਇਹਦਾ ਨਿਊਕਲੀਅਸ ਹੈ। ਹੁਣ ਜਦੋਂ ਕੋਈ ਵੀ ਸੈੱਲ ਆਪਣੇ ਸਾਈਜ਼ ਚ ਇਨਕਰੀਜ਼ ਹੋਊਗਾ ਉਹਦੇ ਅੰਦਰ ਵੈक्यूल्स आने स्टार्ट हो जाएंगे, ठीक है। आ मैं वैक्यूलेशन दिखाती हूँ, ठीक है। ए दा साइटोप्लाज्म है, ए दा न्यूक्लियस है सेल दा जेड़ा डार्कली पॉइंटेड है, दैट इज द न्यूक्लियस ऑफ द सेल। हुन इहदा न्यूक्लियस डिवाइड होना स्टार्ट हो जांदा। न्यूक्लियस है जेड़ा इहदे अंदर बेटे रिपीटेड माइटोटिक डिवीजन्स करूगा, रिपीटेड माइटोटिक डिवीजन्स। रिपीटेड क्यों कहा, क्योंकि उन्हें टोटल नंबर ऑफ सेल्स किन्ने बनाने अंदर अपने कोल वी हैव इज 8 सेल्स ने जेड़े वो टोटल क्रिएट करने हैं, ठीक है। जिन्हों अपन ने पहला किया भी होया 7 सेल्स एंड 8 न्यूक्लियाई, ठीक है। पर इनिशियली सेल्स 8 ही बनते हैं, बाद च आपां उन्हां नूं 7 सेल्स कह दिंदे हैं, ठीक है। ये चीज नूं पूरी तरह याद रखना है। व्हाट डू यू मीन बाय 7 सेल्स एंड 8 न्यूक्लियाई। आ सेल ने रिपीटेड माइटोटिक डिवीजन करनी है। ਇਹਦਾ ਜਿਹੜਾ ਨਿਊਕਲੀਅਸ ਹੈ ਉਹ ਡਿਵਾਈਡ ਹੋਇਆ, ਫਰਸਟ ਟਾਈਮ ਉਹ ਡਿਵਾਈਡ ਹੋਇਆ 2 ਦੇ ਅੰਦਰ, ਸੈਕੰਡ ਟਾਈਮ ਉਹਨੇ ਡਿਵੀਜ਼ਨ ਕੀਤੀ ਉਹ 4 ਦੇ ਅੰਦਰ ਡਿਵਾਈਡ ਹੋ ਗਿਆ, ਥਰਡ ਟਾਈਮ ਉਹਨੇ ਡਿਵੀਜ਼ਨ ਕੀਤੀ ਤੇ ਉਹ 8 ਦੇ ਅੰਦਰ ਡਿਵਾਈਡ ਹੋ ਗਿਆ, ਠੀਕ ਹੈ। 1 ਆਪਣੇ ਕੋਲ these are the 8 points ਮੈਂ ਲਗਾਏ ਹੈ, ਬਟ ਇਹ ਆਪਣੇ ਆਪ ਨੂੰ ਅਰੇਂਜ ਕਰ ਲੈਂਦੇ ਆ, ਐਵੇਂ ਨਹੀਂ ਹੁੰਦੇ ਕਿ ਅਸੀਂ ਸੈਂਟਰਸ ਦੇ ਅੰਦਰ ਆ। they will arrange side by side, ਉਹਨਾਂ ਦੀ ਅਰੇਂਜਮੈਂਟ ਚੱਲਦੀ ਰਹਿੰਦੀ ਹੈ। they will arrange them। ਕਿਵੇਂ ਅਰੇਂਜ ਕਰਦੇ ਆ, ਇਸ ਸੈੱਲ ਦੇ ਅੰਦਰ 3 ਸੈਲਸ ਇੱਕ ਐਂਡ ਤੇ ਚਲੇ ਜਾਂਦੇ ਹੈ, 3 ਸੈਲਸ ਦੂਸਰੇ ਐਂਡ ਤੇ ਚਲੇ ਜਾਂਦੇ ਹੈ, 2 ਸੈਲਸ ਸੈਂਟਰ ਚ ਆ ਜਾਂਦੇ ਹੈ। ਹੁਣ ਜਿਹੜੇ 3 ਸੈਲ ਇੱਥੇ ਆਏ ਉਹਨਾਂ ਨੇ ਵੀ ਸੈੱਲ ਦੀ ਬਾਉਂਡਰੀ ਸ਼ੇਅਰ ਕੀਤੀ, ਮਤਲਬ ਸੈੱਲ ਦੀ ਮੈਂਬਰੇਨ ਸ਼ੇਅਰ ਕੀਤੀ। ਜਿਹੜੇ ਸੈਲਸ ਇੱਧਰ ਨੇ ਉਹਨਾਂ ਨੇ ਵੀ ਸੈੱਲ ਦੀ ਮੈਂਬਰੇਨ ਸ਼ੇਅਰ ਕੀਤੀ। ਇਸ ਕਰਕੇ ਆਪਾਂ ਇਹਨਾਂ ਨੂੰ ਤਾਂ ਸੈਲਸ ਕਹਿ ਦਿੰਦੇ ਹਾਂ, they are called as cells, ਠੀਕ ਹੈ। these are cells, these are cells। ਜੋ ਸੈਂਟਰ ਚ ਨੇ ਇਹ ਸੈੱਲ ਦੀ ਵਾਲ ਜਾਂ ਸੈੱਲ ਦੀ ਮੈਂਬਰੇਨ ਸ਼ੇਅਰ ਨਹੀਂ ਕਰ ਰਹੇ, ਤਾਂ ਇਹਨਾਂ ਨੂੰ ਆਪਾਂ ਨੇ ਕੀ ਕਹਿਤਾ, ਪੋਲਰ ਨਿਊਕਲੀਆਈ कहता, we called them as polar nuclei, ठीक है। ਹੁਣ ਸੈਂਟਰ ਚ 2 polar nuclei ਹੈ, ਉੱਪਰ ਮੇਰੇ ਕੋਲ ਕੀ ਨੇ 3 ਸੈਲਸ, ਉਹਨਾਂ ਦਾ ਨਾਮ ਹੈ ਐਂਟੀਪੋਡਲ ਸੈਲਸ। their name is antipodal cells। ਜਿਹੜੇ ਇੱਧਰ ਵਾਲੀ ਸਾਈਡ ਤੇ ਨੇ, ਠੀਕ ਹੈ, ਇਹਨਾਂ ਚੋਂ ਇੱਕ ਤਾਂ ਮੇਰਾ ਐਗ ਸੈਲ ਹੁੰਦਾ ਹੈ, 2 remaining 2 are synergids, remaining 2 are synergids, ठीक है। तो टोटल 8 हो गए ना, 3 on this end, 3 on this end and 2 inside। इस पूरे स्ट्रक्चर ਨੂੰ ਆਪਾਂ ਕਹਿ ਦਿੰਦੇ ਆ ਐਗ apparatus, ठीक है। ਇਹ ਪੂਰਾ ਦਾ ਪੂਰਾ ਕੀ ਹੈ, ਐਗ apparatus। ਇਹਦੇ ਬਾਹਰ ਵੀ ਤਾਂ ਕੁਝ ਪ੍ਰੈਜ਼ੈਂਟ ਹੋਊਗਾ। ਹੁਣ ਉਸ ਪੂਰੇ ਨੂੰ, ਜੋ ਇਹਦੇ ਬਾਹਰ ਵਾਲੀਆਂ ਸਟਰਕਚਰਸ ਹੁੰਦੀਆਂ ਨੇ, ਉਸ ਪੂਰੇ ਨੂੰ ਆਪਾਂ ਕੀ ਕਹਿ ਦਿੰਦੇ ਆ, ਓਵਿਊਲ ਕਹਿ ਦਿੰਦੇ ਆ, ਠੀਕ ਹੈ। ਹੁਣ ਓਵਿਊਲ ਦੀ ਜੋ ਜਨਰਲਾਈਜ਼ਡ ਡਾਇਗਰਾਮ ਹੁੰਦੀ ਹੈ ਉਹਨੂੰ ਆਪਾਂ ਐਨਾਟ੍ਰੋਪਸ ਸਟਰਕਚਰ ਕਹਿੰਦੇ ਆ। ਐਨਾਟ੍ਰੋਪਸ ਸਟਰਕਚਰ ਹੈ ਜਿਹੜੀ, ਹੁਣ ਆਪਾਂ ਉਹਨੂੰ ਦੇਖਦੇ ਆ। यानी कि इस ओव्यूल दे अंदर ता हो गया एग अपरेटस,
ठीक है। ਇਹਦੇ ਅੰਦਰ ਆਪਾਂ ਨੂੰ ਪਤਾ ਹੈ ਕਿ ਮੇਰੇ ਕੋਲ 8 ਸੈਲਸ ਨੇ, 3 on this end, 3 on this end, 2 in the mid, ਠੀਕ ਹੈ। ਹੁਣ ਇਹਦੇ ਬਾਹਰ ਕੀ ਪ੍ਰੈਜ਼ੈਂਟ ਹੈ, ਇਹਦੇ ਬਾਹਰ ਲੇਅਰਸ ਪ੍ਰੈਜ਼ੈਂਟ ਹੁੰਦੀਆਂ ਨੇ। we have is the layers present on the outside, ठीक है। इस तरीके ਦੇ ਨਾਲ layers present, ਇਹਨਾਂ layers ਨੂੰ ਆਪਾਂ ਕਹਿੰਦੇ ਆ ਬੇਟੇ integuments। the layers are called as the integuments। ਹੁਣ ਇਹ integuments ਇਹਨੂੰ ਕੀ ਦਿੰਦੀਆਂ ਨੇ, protection provide ਕਰਦੀਆਂ ਨੇ, ਕਿਨੂੰ, egg apparatus ਨੂੰ। they are providing is the protection। ਹੁਣ ਇਹਦਾ ਇੱਕ ਇਸ ਜਗ੍ਹਾ ਤੇ ਦੇਖੋ, ਆ ਚੀਜ਼ ਪਲਾਂਟ ਦੇ ਨਾਲ ਵੀ ਤਾਂ ਕਨੈਕਟਡ ਹੋਊਗੀ ਨਾ। ਜਿਹੜੀ ਚੀਜ਼ ਦੇ ਨਾਲ ਇਹ ਪਲਾਂਟ ਨਾਲ ਕਨੈਕਟਡ ਹੁੰਦੀ ਹੈ ਸਟਾਕ, ਉਸ ਸਟਾਕ ਨੂੰ ਆਪਾਂ ਕਹਿੰਦੇ ਆ ਫਿਊਨਿਕਲ। ਫਿਊਨਿਕਲ ਤੇ ਜਿਹੜਾ ਇਹਦੇ ਆ ਇੰਟੈਗੂਮੈਂਟਸ ਜਿੱਥੋਂ ਕਨੈਕਟਡ ਹੁੰਦੇ ਨੇ, ਆਹ ਵਾਲਾ ਪੁਆਇੰਟ, ਇਸ ਆਹ ਪੁਆਇੰਟ ਜਿਹੜਾ ਹੈ ਦਿਸ ਪੁਆਇੰਟ, ਇਹਨੂੰ ਆਪਾਂ ਕਹਿੰਦੇ ਆ ਹਾਈਲਮ। ਦਿਸ ਪੁਆਇੰਟ ਇਜ਼ ਕਾਲਡ ਹਾਈਲਮ। ਹੁਣ ਆਪਣੇ ਕੋਲ ਸੈਂਟਰ ਚ ਕੀ ਹੈ, ਐਗ apparatus ਹੈ। we have is egg apparatus। साइड पे इंटेग्यूमेंट्स ने, आ हाइलम है, आ मेरा फ्यूनिकल है, ठीक है। हुन मिड दे अंदर एग apparatus है। जिस जगह तो इंटेग्यूमेंट्स ओपन हुंदियां ने ना, जिस जगह तो ਜਿਹੜੀ ਆ ओपन पॉइंट मैं बनाया सीगा, ओपन पॉइंट ਨੂੰ ਆਪਾਂ, ओपन पॉइंट वाला ਜਿਹੜਾ ਪਾਰਟ ਹੈ ਨਾ ਬੇਟੇ, ਉਹਨੂੰ ਆਪਾਂ ਕੀ ਕਹਿੰਦੇ ਆ, ਇਹਨੂੰ this one is, this is called as micropyle end। generally micropyle end ਤੋਂ ਹੀ ਪੋਲਨ ਟਿਊਬ ਹੈ ਜਿਹੜੀ ਉਹ ਐਂਟਰ ਹੁੰਦੀ ਹੈ, ਉਹਨੂੰ ਆਪਾਂ ਕਹਿੰਦੇ ਆ ਪੋਰੋਗੈਮੀ, ਠੀਕ ਹੈ। ਬਸ ਬਟ ਕੁਝ ਪਲਾਂਟਸ ਦੇ ਅੰਦਰ ਕੀ ਹੁੰਦਾ ਹੈ, ਜਿਹੜੀ ਪੋਲਨ ਟਿਊਬ ਹੈ in some of the plant that enters through the this end, ठीक है। इस एंड ਦਾ ਨਾਮ ਕੀ ਹੈ, ਚਲਾਜ਼ਾ। ਉਸ ਐਂਡ ਦਾ ਨਾਮ ਕੀ ਸੀਗਾ, ਮਾਈਕਰੋਪਾਈਲ। ਇਸ ਐਂਡ ਦਾ ਨਾਮ ਹੈ ਚਲਾਜ਼ਾ। ਤਾਂ ਜੇ ਪੋਲਨ ਟਿਊਬ ਇਧਰੋਂ ਐਂਟਰ ਹੋਏ, ਇਹਨੂੰ ਆਪਾਂ ਕਹਿੰਦੇ ਆ ਚਲਾਜ਼ੋਗੈਮੀ। that is called as ਚਲਾਜ਼ੋਗੈਮੀ। ਜਿਹੜਾ ਜੇਕਰ ਪੋਲਨ ਟਿਊਬ ਕਿਤੋਂ ਵੀ ਐਂਟਰ ਹੋ ਜੇ, ਹੋਰ ਕੋਈ ਪੁਆਇੰਟ ਤੋਂ ਮਿਡ ਚੋਂ ਐਂਟਰ ਹੋ ਜੇ, that point is called as mesogamy, ठीक है। पोरोगैमी, मेसोगैमी, चलाजोगैमी। ਤਾਂ ਇਹ ਆਪਣੇ ਕੋਲ ਕੁਐਸਚਨ ਬਣ ਜਾਂਦਾ ਬੇਟੇ, when the pollen tube enters through the chalazal part, what that is called as porogamy, mesogamy, chalazogamy। ਤੇ ਆਪਾਂ ਨੂੰ ਕੋਈ ਵੀ ਦੇਤਾ, none of these option ਦੇਤਾ, ਚਾਰ options ਨੇ। ਤਾਂ ਜੇ ਚਲਾਜ਼ਾ ਦੇ ਥਰੂ ਐਂਟਰ ਹੁੰਦੀ ਹੈ ਤਾਂ ਚਲਾਜ਼ੋਗੈਮੀ। ਇਹ ਨਾਮ ਤੋਂ ਹੀ ਕਲੀਅਰ ਹੋ ਗਿਆ, ਚਲਾਜ਼ਾ ਚਲਾਜ਼ੋ, ਠੀਕ ਹੈ। ਮਾਈਕਰੋਪਾਈਲ ਵਾਲਾ ਨਹੀਂ ਕਲੀਅਰ ਹੁੰਦਾ ਬੇਟੇ, ਇਹਨੂੰ ਲਰਨ ਕਰਨਾ ਪੈਣਾ, ਪੋਰੋਗੈਮੀ। ਮਿਡ ਮਤਲਬ M for mid, M for meso, ਇਹ ਵੀ ਯਾਦ ਹੋ ਗਿਆ ਬੇਟੇ, मीजोगैमी, ठीक है। ਤਾਂ ਆਪਣੇ ਕੋਲ ਟੋਟਲ ਆ ਆਪਣੇ ਕੋਲ ਓਵਿਊਲ ਦੀ ਡਾਇਗਰਾਮ ਆ ਗਈ। ਹੁਣ ਓਵਿਊਲ ਦੀ ਡਾਇਗਰਾਮ ਹੈ ਜਿਹੜੀ, what does that call to us, ठीक है। ਹੁਣ ਆਪਣੇ ਕੋਲ ਕੀ ਆ ਗਿਆ, ਆਹੀ ਡਾਇਗਰਾਮ ਨੂੰ ਦੁਬਾਰਾ ਦੇਖਦੇ ਆ। ਇਹ ਮੇਰੇ ਕੋਲ ਆ ਗਏ A 1 2 3 this side, 1 2 3 this side and 2 in the middle। ਹਰ ਇੱਕ ਕੋਲ ਆਪਣਾ ਨਿਊਕਲੀਅਸ ਪ੍ਰੈਜ਼ੈਂਟ। ਹੁਣ ਆਪਾਂ ਸੈਲਸ ਦੇ ਨਾਮ ਦੇਖ ਲਏ ਕਿ ਮਿਡ ਵਾਲਾ ਸੈਲ ਜੋ ਮਾਈਕਰੋਪਾਈਲ ਵਾਲੀ ਸਾਈਡ ਤੇ ਸੀਗਾ ਉਹ ਐਗ ਹੈ। ਆ ਦੋਨੋਂ ਮਿਲਕੇ ਸਿਨਰਜਿड्स ਨੇ, ठीक है। ऊपर वाले सेल्स एंटीपोडल सेल्स, ठीक है। बाकी लेबल्स आपने कर ले। ओव्यूल इस पूरी स्ट्रक्चर नु किया, सराउंडिंग्स इंटेग्यूमेंट्स ने, नीचे जेडी डंडी अटैच्ड है वो फ्यूनिकल है, ठीक है। आपने को आ गया फीमेल वाला पार्ट आ गया, ठीक है। हुन देखो बेटे नेक्स्ट की होगा, अपने कोल आपने फीमेल पार्ट भी देख लिया, मेल पार्ट भी देख लिया फ्लावर दे अंदर। वी हैव डिस्कस्ड अबाउट male part and we have discussed about the female part। ਹੁਣ ਆਪਾਂ ਪਹਿਲਾਂ ਇੱਥੋਂ ਤੱਕ ਦੇ ਆਪਣੇ MCQs ਨੇ ਜਿਹੜੇ ਉਹ ਦੇਖਦੇ ਆਂ, ਠੀਕ ਹੈ। ਫਿਰ ਆਪਾਂ ਚੱਲਾਂਗੇ ਨੈਕਸਟ। ਪਹਿਲੇ ਸਟਾਪ ਸ਼ੇਅਰ ਹੋ ਗਿਆ ਸੀ, ਉਹ ਕਰਤਾ ਸੀ ਨਾ। ਇੱਕ ਬੱਚੇ ਨੇ ਹੈਂਡ ਰੇਜ਼ ਕੀਤਾ।
चैट बॉक्स ठीक है बेटे, हुण आपां MCQs डिस्कस करते हैं। पहले चैट बॉक्स कशिश काशवी तुसी हैंड रेज किया सीगा बेटे, तुसी अपना डाउट पूछ लो। मैम एक ਜਿਹੜੀ ਉਹ ਟੈਪੇਟਮ ਹੁੰਦੀ ਹੈ ਆਪਣੀ ਇਨਰ ਲੇਅਰ जी ਮੈਮ ਉਸ ਦੇ ਵਿੱਚ ਆਪਾਂ ਕਹਿੰਦੇ ਆ ਜਿਵੇਂ ਉਹ ਪ੍ਰੋਟੈਕਸ਼ਨ ਨਹੀਂ ਦਿੰਦੀ, ਉਹ ਸਿਰਫ ਨਿਊਟ੍ਰੀਸ਼ਨ ਦਿੰਦੀ ਹੈ। हाँ जी बेटे, ਲੇਕਿਨ ਉਹ ਕੁਝ ਹੱਦ ਤੱਕ ਤਾਂ ਪ੍ਰੋਟੈਕਸ਼ਨ ਦੇਗੀ ਹੋਈ ਨਾ ਉਹਨੂੰ। क्योंकि आप MCQs ਦੇ ਅਕੋਰਡਿੰਗ ਕਰ ਰਹੇ ਹਾਂ ਨਾ, ਤਾਂ ਉਹਦਾ ਜਿਹੜਾ ਮੇਜਰ ਫੰਕਸ਼ਨ ਹੈ ਨਾ that is nutrition, ठीक है। माइनर फंक्शन है ਉਹਦਾ ਪ੍ਰੋਟੈਕਸ਼ਨ ਦੇਣਾ, ਕਿਉਂਕਿ ਪ੍ਰੋਟੈਕਸ਼ਨ ਬਾਹਰੋਂ ਮਿਲ ਰਹੀ ਹੈ, 3 ਲੇਅਰਸ ਦੇ ਰਹੀਆਂ ਨੇ। ਜੇਕਰ ਮੰਨ ਲਓ ਕੋਈ ਵੀ ਫੋਰਨ ਏਜੰਟ ਆ ਕੇ ਕਿਸੇ ਚੀਜ਼ ਨੂੰ ਅਟੈਕ ਕਰਦਾ ਹੈ, ਪਹਿਲਾਂ ਉਹ ਪਹਿਲੀਆਂ 3 ਲੇਅਰਸ ਨੂੰ ਨਾ ਇਨਵੇਡ ਕਰੂਗਾ। ਦੇਖੋ ਆ ਮੇਰੇ ਕੋਲ ਨੀਚੇ ਡਾਇਗਰਾਮ ਹੈਗੀ ਹੈ, ਦੇਖੋ ਇਸ ਦੇ ਅੰਦਰ ਮੈਂ ਤੁਹਾਨੂੰ ਇੱਥੇ ਸ਼ੋ ਕਰਦੀ ਹਾਂ। ਮੰਨ ਲਓ ਸਪੋਜ਼ ਕੋਈ ਵੀ ਫੋਰਨ ਏਜੰਟ ਹੈ, ਉਹ ਆਪਣੇ ਕੋਲ ਇੱਥੇ ਉਹਨੇ प्लांट ਦੇ ਮੇਲ ਪਾਰਟ ਤੇ ਅਟੈਕ ਕੀਤਾ, ਠੀਕ ਹੈ, ਐਂਥਰ ਦੇ ਉੱਪਰ ਅਟੈਕ ਕੀਤਾ। ਕੋਈ ਵੀ ਬੀ ਹੈ, ਕੋਈ ਇਨਸੈਕਟ ਹੈ, ਉਹਨੇ ਅਟੈਕ ਕਰ ਲਿਆ। ਪਹਿਲਾਂ ਉਹ 3 ਲੇਅਰਸ ਨੂੰ ਇਨਵੇਡ ਕਰੂਗਾ, ਸਿੱਧਾ ਟੈਪੇਟਮ ਨੂੰ ਥੋੜੀ ਨਾ ਇਨਵੇਡ ਕਰੂਗਾ। ਟੈਪੇਟਮ ਤਾਂ ਇੱਥੇ ਪ੍ਰੈਜ਼ੈਂਟ ਹੈ। ਪਹਿਲਾਂ ਉਹ 3 ਲੇਅਰਸ ਉਹਨੂੰ ਪ੍ਰੋਟੈਕਸ਼ਨ ਦੇ ਰਹੀਆਂ ਨੇ ਨਾ ਬੇਟੇ, ਤਾਂ ਪ੍ਰੋਟੈਕਸ਼ਨ ਇਹਦਾ ਮਾਈਨਰ ਫੰਕਸ਼ਨ ਹੈ, ਉਹਨੂੰ ਆਪਾਂ 10% ਮੰਨ ਕੇ ਚੱਲਾਂਗੇ, ਠੀਕ ਹੈ। The protection is 10%, major function ਇਹਦਾ 90% function is to provide is the nutrition, क्योंकि अगर सारियां लेयर्स ही प्रोटेक्शन देनगियां तो वो न्यूट्रिशन कित्थों लऊगा। ਕੱਲ ਨਾ ਮੈਂ MCQ ਕਰ ਰਹੀ ਸੀ ਕਿਸੇ ਬੁੱਕ ਦੇ ਵਿੱਚ, ਉਹਦੇ ਵਿੱਚ ਪ੍ਰੋਟੈਕਸ਼ਨ ਨੂੰ ਲੈ ਕੇ ਹੀ ਇਹਦਾ ਆਨਸਰ ਦਿੱਤਾ ਹੋਇਆ ਸੀ ਟੈਪੇਟਮ ਦਾ। नहीं बेटे, ਇਹਦਾ ਮੇਜਰ ਫੰਕਸ਼ਨ ਨਿਊਟ੍ਰੀਸ਼ਨ ਹੁੰਦਾ ਹੈ, ठीक है। ਮੈਨੂੰ MCQ सेंड कर दियो, मैं क्रॉस चेक कर लूंगी, ठीक है। वैसे मेजर फंक्शन इज न्यूट्रिशन। ਆਪਾਂ ਜੋ ਵੀ ਜਦੋਂ ਤੁਸੀਂ ਆਪਣੀ ਐਲੀਮੈਂਟਰੀ ਚੋਂ ਪੜੋਗੇ ਨਾ, ਜਾਂ ਪ੍ਰਦੀਪ ਜੋ ਵੀ ਤੁਸੀਂ ਬੁੱਕ ਫੋਲੋ ਕਰ ਰਹੇ ਹੋ, ਉਹਦੇ ਅੰਦਰ ਟੈਪੇਟਮ ਦੇ 4 ਜਾਂ 5 ਫੰਕਸ਼ਨ ਦਿੱਤੇ ਹੋਏ ਨੇ। ਜਦੋਂ ਤੁਸੀਂ ਟੈਪੇਟਮ ਦੇ ਫੰਕਸ਼ਨਸ ਦੇਖੋਗੇ ਤਾਂ ਪ੍ਰੋਟੈਕਸ਼ਨ ਇੱਕ ਮਾਈਨਰ ਫੰਕਸ਼ਨ ਦਿੱਤਾ ਹੋਇਆ ਹੈ, ਮੇਜਰ ਫੰਕਸ਼ਨ ਚ ਨਿਊਟ੍ਰੀਸ਼ਨ ਹੁੰਦਾ ਹੈ। ਓਕੇ ਮੈਮ, ਠੀਕ ਹੈ। ਹੁਣ ਬੇਟੇ ਮੈਂ ਤੁਹਾਡੇ ਨਾਲ ਕੁਝ MCQs ਡਿਸਕਸ ਕਰ ਰਹੀ ਹਾਂ। ਉਹ MCQs ਦੇ ਅੰਦਰ ਦੇਖੋ फर्स्ट MCQ है, क्योंकि अपना 2 पोर्शन कवर हो गए, मेल एंड फीमेल। नेक्स्ट अपना आर्टिकल है जिहड़ा दैट इज पॉलिनेशन। तो मैं नहीं चाहती कि आप इन्ना फास्ट नहीं चलिए, ठीक है। फास्ट तो आपको चलना पऊगा, बट हौली हौली चलांगे, मतलब 2-3 सबसीक्वेंट क्लासेस दे अंदर आप स्पीड अप हो जाएंगे। बट फिलहाल अपना टॉपिक ते जिहड़ा फोकस है वो ज्यादा होना चाहिए। हुण अपने कोल इत्थे फर्स्ट MCQ आ गया बेटे, देखो एंड प्रोडक्ट्स ऑफ सेक्सुअल रिप्रोडक्शन। सारे बच्चे जदों भी आ वाली क्लास लगान बैठते हो ना ऑब्जेक्टिव्स दी, ਤੁਹਾਡੇ ਕੋਲ 2 ਚੀਜ਼ਾਂ ਹੋਣੀਆਂ ਚਾਹੀਦੀਆਂ, 3 ਚੀਜ਼ਾਂ ਹੋਣੀਆਂ ਚਾਹੀਦੀਆਂ ਨੇ ਬੇਸਿਕਲੀ। 2 ਤਾਂ ਇੱਕ ਤੁਹਾਡੇ ਕੋਲ ਆ ਨੋਟਸ ਜਿਹੜੇ ਮੈਂ ਦਿੱਤੇ ਹੈ, ਕਿਉਂਕਿ ਮੈਂ ਇੱਕ ਵਾਰੀ MCQs ਇੱਥੋਂ ਡਿਸਕਸ ਕਰੂੰਗੀ। ਲੇਟਰ ਔਨ ਜਦੋਂ ਮੈਂ ਬੁੱਕ ਰეკਮੈਂਡ ਕੀਤੀ, ਤੁਹਾਡੇ ਕੋਲ ਬੁੱਕ ਆ ਗਈ, ਤਾਂ ਤੁਹਾਡੇ ਕੋਲ ਉਹ ਬੁੱਕ ਹੋਣੀ ਚਾਹੀਦੀ ਹੈ, ਠੀਕ ਹੈ। ਕਿਉਂਕਿ ਸਕਰੀਨ ਹੋ ਸਕਦਾ ਤੁਸੀਂ ਫੋਨ ਤੇ ਦੇਖਦੇ ਹੋ ਤਾਂ ਕਈ ਵਾਰੀ ਪੂਰੀ ਤਰ੍ਹਾਂ ਵਿਜ਼ੀਬਲ ਨਹੀਂ ਹੁੰਦਾ ਆਪਾਂ ਨੂੰ, ਠੀਕ ਹੈ। ਵਨ ਥਿੰਗ ਇਜ਼ ਤੁਹਾਡੇ ਕੋਲ ਆ ਨੋਟਸ ਹੋਣੇ ਚਾਹੀਦੇ ਹੈ। ਸੈਕਿੰਡ ਤੁਹਾਡੇ ਕੋਲ ਨੋਟਬੁੱਕ ਹੋਣੀ ਚਾਹੀਦੀ ਹੈ। ਥਰਡ ਤੁਹਾਡੇ ਕੋਲ ਤੁਹਾਡੀ NCERT ਦੀ ਬੁੱਕ ਹੋਣੀ ਚਾਹੀਦੀ ਹੈ, ਕਿਉਂਕਿ ਮੇਜਰ ਫੋਕਸ ਆਪਾਂ NCERT ਬੁੱਕ ਤੇ ਹੀ ਰੱਖਣਾ ਹੈ। ਉਹਦੇ ਚੋਂ ਹੀ ਐਜ਼ ਆਈ ਟੋਲਡ ਯੂ ਇਨ अर्ਲੀਅਰ ਕਲਾसेस ਕਿ ਆਪਣੇ 90% ਕੁਐਸਚਨਸ ਨੇ ਜਿਹੜੇ ਉਹ NCERT ਹੀ ਕਵਰ ਕਰਦੀ ਹੈ, ਠੀਕ ਹੈ। ਸਿਰਫ 10% ਪਾਰਟ ਹੁੰਦਾ ਹੈ ਨੀਟ ਦੇ ਅੰਦਰ ਜੋ ਆਊਟ ਆਫ NCERT ਪੁੱਛਿਆ ਜਾਂਦਾ, ਤਾਂ ਆਪਾਂ ਉਹ ਵੀ ਕਵਰ ਕਰ ਲਾਂਗੇ, ਕਿਉਂਕਿ ਆਪਾਂ ਬਾਕੀ ਬੁੱਕਸ ਵੀ ਫੋਲੋ ਕਰ ਰਹੇ ਹਾਂ। मेजर फोकस आप NCERT बुक से रखना है, ठीक है। हुन बेटे अपने कोल की आ गया, देखो फर्स्ट क्वेश्चन वी हैव इज एंड प्रोडक्ट्स ऑफ सेक्सुअल रिप्रोडक्शन आर। सेक्सुअल रिप्रोडक्शन दे लास्ट च की बनदा है बेटे, एंड प्रोडक्ट की है फ्रूट्स एंड सीड्स बननगे ना, आप पहले कर चुके हैं। देखो जदों मेल एंड फीमेल पार्ट अपन लेटर ऑन क्लासेस च उन्हां दी फ्यूजन करावांगे, ਤਾਂ ਫਿਊਜ਼ਨ ਤੋਂ ਬਾਅਦ ਆਪਾਂ ਨੂੰ ਪਤਾ ਹੈ ਕਿ ਓਵਿਊਲ ਹੈ ਜਿਹੜਾ ਓਵਿਊਲ ਪਾਰਟ ਸੀਡ ਚ ਕਨਵਰਟ ਹੋ ਜਾਂਦਾ ਹੈ, ਤੇ ਜਿਹੜਾ ਬਾਹਰ
ਉਹਦਾ ਫਲਾਰ ਵਾਲਾ ਪਾਰਟ ਸੀ, ਓਵਰੀ ਵਾਲਾ ਪਾਰਟ ਸੀਗਾ, ਉਹ ਫਰੂਟ ਦੇ ਅੰਦਰ ਮਤਲਬ ਫਰੂਟ ਦੇ ਪਾਰਟਸ ਬਣਾ ਲੈਂਦਾ ਹੈ। ਤਾਂ ਆਪਣੇ ਕੋਲ ਐਂਡ ਪ੍ਰੋਡਕਟਸ ਕੀ ਹੋ ਗਏ, ਫਰੂਟਸ ਐਂਡ ਸੀਡਸ ਹੋ ਗਏ। ਪੋਲੀਨੇਸ਼ਨ ਅਜੇ ਆਪਾਂ ਡਿਸਕਸ ਨਹੀਂ ਕੀਤਾ, ਇਹ ਕੁਐਸਚਨ ਆਪਾਂ ਬਾਅਦ ਚ ਡਿਸਕਸ ਕਰਦੇ ਹਾਂ ਬੇਟੇ, ਠੀਕ ਹੈ। ਹੁਣ ਆਪਣੇ ਕੋਲ ਆ ਜਾਓ ਨੈਕਸਟ ਕੁਐਸਚਨ ਦੀ ਤਰਫ, ਠੀਕ ਹੈ। ਨੈਕਸਟ ਕੁਐਸਚਨ ਕੀ ਕਹਿੰਦਾ ਹੈ, थर्ड है in embryo sac the cells degenerate after fertilization are pollination कल डिस्कस करांगे बेटे, ठीक है। पहले आप ये डिस्कस करते हैं in embryo sac the cells degenerate after fertilization। देखो अपन को पता है कि केड़े-केड़े सेल्स डीजनरेट हो जाते ने फर्टिलाइजेशन तो बाद। तो मेरे को बेटे 4 ऑप्शंस ने, वी हैव इज 4 ऑप्शंस। तो अपने को 4 ऑप्शंस च केड़ियां-केड़ियां 4 ऑप्शंस ने। फर्स्ट आ गई बेटे ऑप्शन अपने को सिनर्जिड्स एंड प्राइमरी एंडोस्पर्म सेल। देखो जदों फर्टिलाइजेशन होगी आ ਆਪਾਂ ਨੇ किया एंटीपोडल सेल्स ने। ਤੁਸੀਂ ਨਾਲ-ਨਾਲ चैट बॉक्स च अपने आंसर्स दे सकते हो। आ मेरे को की हो गए 2 सिनर्जिड्स ने ते आ मेरे को एग अपरेटस। आ मेरे को हो गया पोलर न्यूक्लियाई जिन्हें लेटर ऑन एंडोस्पर्म बनाना है। कि प्राइमरी एंडोस्पर्म सेल खत्म हो जाना चाहिए है? नहीं, ये तो किते भी खत्म नहीं होता ना, तो फर्स्ट ऑप्शन तो गलत होगी। सेकंड है बेटे सिनर्जिड्स एंड एंटीपोडल्स, आ वाले सेल्स खत्म हो जाएंगे ते मेरे को की होगा बेटे एंटीपोडल्स खत्म हो जाएंगे ते सिनर्जिड्स खत्म हो जाएंगे, है ना। आ वाले सेल्स आ एग दे बाहर वाले 2 सेल्स ते आ 3 सेल्स खत्म हो जाएंगे। जेडे सेंटर वाले 2 ने ते आ मेरे को एग है, एदा तो अपना मेजर फंक्शन है ना, इन्हें तो एंडोस्पर्म फॉर्म करना है लेटर ऑन ते इन्हें अपने को की फॉर्म करना है लेटर ऑन सीड फॉर्म करना है, ठीक है। तो ये तो सर्वाइव करनगे ही करनगे। तो अपना अपन को इत्थों ही पता चल गया कि अपना ऑप्शन जिहड़ा है दैट इज बी ऑप्शन। लेटर ऑन देख लो सी ऑप्शन कहना एंटीपोडल्स एंड प्राइमरी एंडोस्पर्म। तो प्राइमरी एंडोस्पर्म तो आप खत्म नहीं कर सकते, एंटीपोडल खत्म होंगे, ये भी ऑप्शन नहीं बन रहा। नेक्स्ट है बेटे एग एंड एंटीपोडल्स, जे एग ही खत्म हो गया तो फ्यूजन कादी होगी, ये वाला ऑप्शन भी गलत हो गया। तो वी हैव इज अपने को केड़ा ऑप्शन बन गया बेटे, केड़े केड़े पॉइंट खत्म हो जाएंगे, सिनर्जिड्स एंड एंटीपोडल सेल्स ने जेड़े ये खत्म हो जाएंगे। ये फोर्थ क्वेश्चन है जेड़ा ये आपां पहले भी कर चुके हैं। काशवी ये थोड़ा क्वेश्चन है बेटे, ध्यान नाल सुन लियो। द इनर मोस्ट वॉल लेयर ऑफ पोलन सैक इज टैपेटम एंड इट्स फंक्शन इज इन, ਇਹਦਾ फंक्शन बेसिकली बेटे ਹੁੰਦਾ ਆਪਣੇ ਕੋਲ ਨਿਊਟ੍ਰੀਸ਼ਨ ਪ੍ਰੋਵਾਈਡ ਕਰਨਾ। ਸੇਮ ਐਮਸੀਕਿਊ ਹੈ बेटे, ਜਿਹੜਾ ਤੁਹਾਡੇ ਕੋਲ ਬੁੱਕ ਹੈ ਜਿਹਦੇ ਚ ਤੁਸੀਂ ਕੀਤਾ ਹੈ ਉਹ ਮੈਨੂੰ ਫੋਟੋ ਕਲਿੱਕ ਕਰਕੇ ਭੇਜ ਦਿਓ ਵਿਦ ਆਨਸਰ, ਮੈਂ ਉਹਨੂੰ ਕ੍ਰਾਸ ਚੈੱਕ ਕਰ ਲੂੰਗੀ। ਇਹਦਾ ਮੇਜਰ ਫੰਕਸ਼ਨ बेटे ਨਿਊਟ੍ਰੀਸ਼ਨ ਹੁੰਦਾ ਹੈ, ਠੀਕ ਹੈ। प्रोटेक्शन ਲਈ फर्स्ट 3 लेयर्स ਹੁੰਦੀਆਂ ਨੇ। ਹੁਣ ਆਪਾਂ ਇਹ ਵਾਲਾ ਐਮਸੀਕਿਊ ਵੀ ਡਿਸਕਸ ਕਰ ਚੁੱਕੇ ਸੀਗੇ कि इन गिवन फिगर ए की रिप्रेजेंट कर रहे ए आ वाला पॉइंट बेटे, दिस पॉइंट ए लिखा हुआ है, इनू इथे मैं डार्क करता ए, इथे ए लेबल किया हुआ है। तो ए अपन देख के ही पता चल गया कि ए मेल वाला पार्ट है, ठीक है। पोलन ग्रेन नु खोलिया 4 सैक्स दिख रहे ने 1 2 3 एंड 4। हुन एक चीज होर, हुन आ दिखा की रहा है, ये अपन ने थ्योरी दे अंदर डिस्कस किया हुआ है। हुन दोबारा दस रही हां, जदों भी पोलन अपने को एंथर दे अंदर पोलन ग्रेन्स मैच्योर हो जाते हैं ना, तो ओदियां आउटर 3 लेयर्स ने ना जेड़ियां इवन 4 ही और रप्चर हो जांदियां ने, 4 लेयर्स दे गॉट रप्चर। तो पोलन ग्रेन्स इत्थों दी बाहर आने शुरू हो जाते हैं। जदों ये चारों लाइंस ने जेड़ियां ये ब्रेक हुंदियां ने तो इनू कहंदे डेहिसेंस ऑफ एंथर, ठीक है। डेहिसेंस ऑफ एंथर, एंथर दियां लेयर्स दा रप्चर होना, एक ओदे चों पोलन ग्रेन्स पाउडर दी तरह बाहर आ जाने। तो ये रिप्रेजेंट की कर रहे मेल गैमीट नु या फीमेल गैमीट नु, तो ये मेल गैमीट नु रिप्रेजेंट कर रहे हैं, ठीक है। हुन बेटे नेक्स्ट चलदे हैं आपां नेक्स्ट अपने को बेटे 6th आ गया, ओदियां 2 ऑप्शंस ऊपर दित्तियां होईयां ने जेड़ा आपां पहले करके आए हैं। 2 ऑप्शंस ने जड़ियां अपने को पिछे दे रखियां सीगियां, पर आपां नु फर्स्ट 2 चो ही आंसर मिल गया, तो आपां नु थर्ड फोर्थ ऑप्शन देखने की जरूरत ही नहीं पई, ठीक है।
ਹੁਣ ਬੇਟੇ ਜਿਹੜੀ ਆਪਣੀ ਨੈਕਸਟ ਆਪਸ਼ਨ ਜਿਹੜਾ ਨੈਕਸਟ ਐਮਸੀਕਿਊ ਹੈ 6th ਉਹ ਕੀ ਕਹਿ ਰਿਹਾ ਹੈ which represents male and female reproductive organs respectively ਇਹ ਵੀ ਆਪਾਂ ਫਰਸਟ ਕਲਾਸ ਚ ਡਿਸਕਸ ਕਰ ਲਿਆ ਸੀ ਬੇਟੇ ਮੇਲ ਐਂਡ ਫੀਮੇਲ ਪਾਰਟ ਨੂੰ ਆਪਾਂ ਬਾਰ-ਬਾਰ ਕਹਿੰਦੇ ਕਿ ਮੇਲ ਨੂੰ ਐਂਡਰੋਸ਼ੀਅਮ ਫੀਮੇਲ ਨੂੰ ਗਾਇਨੋਸ਼ੀਅਮ ਤਾਂ ਇਹ ਆਪਸ਼ਨ ਹੀ ਆ ਗਿਆ ਬਾਕੀ ਤਿੰਨ ਆਪਸ਼ਨਸ ਦੇਖਣ ਦੀ ਜ਼ਰੂਰਤ ਹੀ ਨਹੀਂ ਹੈਗੀ ਠੀਕ ਹੈ ਨੈਕਸਟ ਹੈ ਬੇਟੇ ਇਹ ਆਪਾਂ ਪੋਲੀਨੇਸ਼ਨ ਨਾਲ ਕਰਾਂਗੇ 7th ਕੁਐਸਚਨ ਹੁਣ ਨਹੀਂ ਕਰਾਂਗੇ ਪੋਲੀਨੇਸ਼ਨ ਨਾਲ ਕਰਾਂਗੇ ਹੁਣ ਆਪਣੇ ਕੋਲ ਬੇਟੇ ਨੈਕਸਟ ਆ ਜਾਓ ਨੈਕਸਟ ਵੀ ਹੈਵ ਇਜ਼ 8th क्वेश्चन डिस्कस कर रही हूं बेटे मैं 8th ਦੇ ਅੰਦਰ ਹੈ in a fertilized embryo sac haploid diploid and triploid structures are ਹੁਣ ਤੁਸੀਂ ਦੱਸੋ ਤੁਸੀਂ ਦੇਖੋ ਆਪਣੇ ਆਪ ਨਾਲ ਕਿ ਕਿਹੜੀ ਸਟਰਕਚਰ ਹੈਪਲੋਇਡ ਹੈ ਕਿਹੜੀ ਸਟਰਕਚਰ ਡਿਪਲੋਇਡ ਹੈ ਤੇ ਕਿਹੜੀ ਸਟਰਕਚਰ ਟ੍ਰਿਪਲੋਇਡ ਹੈ ਹੈਪਲੋਇਡ ਡਿਪਲੋਇਡ ਟ੍ਰਿਪਲੋਇਡ ਐਮਬ੍ਰੀਓ ਸੈਕ ਜਦੋਂ ਫਰਟੀਲਾਈਜ਼ ਹੋ ਗਿਆ ਤਾਂ ਉਹਦੇ ਕੋਲ ਕਿਹੜੀ ਸਟਰਕਚਰ ਹੈਪਲੋਇਡ ਹੈ देखो सिनर्जिड हैप्लॉइड है फर्स्ट ऑप्शन है जाइगोट है जेड़ा वो डिप्लॉइड है मैं आंसर नहीं दस रही फर्स्ट ऑप्शन मैं फर्स्ट ऑप्शन रीड कर रही हूं ते अपने कोल ट्रिप्लॉइड की है सेकेंडरी न्यूक्लियस ठीक है ता ਆਪਾਂ सेकंड ऑप्शन रीड कीती सिनर्जिड एंटीपोडल एंड पोलर न्यूक्लियाई सेकेंडरी न्यूक्लियस है जेड़ा वो इन्होंने की किया है सेकेंडरी न्यूक्लियस जदों ਜਿਹੜਾ ਐਗ ਸੈਲ ਹੈ ਉਹ ਫਰਟੀਲਾਈਜ਼ ਹੋ ਜੇ ਠੀਕ ਹੈ ਉਹ ਜ਼ਾਈਗੋਟ ਚ ਆ ਗਿਆ ਸੈਕੰਡਰੀ ਨਿਊਕਲੀਅਸ ਐਂਡੋਸਪਰਮ ਨੂੰ ਕਿਹਾ ਠੀਕ ਹੈ ਪ੍ਰਾਇਮਰੀ ਇਹ ਹੋ ਗਿਆ ਮੇਲ ਗੈਮੀਟ ਪ੍ਰਾਇਮਰੀ ਦੋ ਮੇਲ ਗੈਮੀਟਸ ਆਰ देयर ਨਾ ਠੀਕ ਹੈ ਤਾਂ ਟੂ ਮੇਲ ਗੈਮੀਟਸ ਦੇ ਜਿਹੜੇ ਇੱਕ ਮੇਲ ਗੈਮੀਟ ਫਿਊਜ਼ ਕਰੂਗਾ ਉਹਨੇ ਜ਼ਾਈਗੋਟ ਬਣਾਉਣਾ ਹੈ ਦੂਸਰੇ ਮੇਲ ਗੈਮੀਟ ਨੇ ਐਂਡੋਸਪਰਮ ਬਣਾਉਣਾ ਹੈ ਤਾਂ ਆਪਾਂ ਨੂੰ ਹਜੇ ਕਰੈਕਟ ਆਨਸਰ ਨਹੀਂ ਮਿਲਿਆ ਬੇਟੇ ਫਿਰ ਆਪਣੇ ਕੋਲ ਹੈ ਐਂਟੀਪੋਡਲ ਸਿਨਰਜਿਡ and primary endosperm synergid zygote and endosperm ਤਾਂ ਇਹ ਮੇਰਾ ਆਨਸਰ ਲੱਗ ਰਿਹਾ ਮੈਨੂੰ ਡੀ ਆਪਸ਼ਨ ਬੇਟੇ ਡੀ ਆਪਸ਼ਨ ਕਿਵੇਂ synergid ਹੈ ਜਿਹੜਾ ਇਹ ਹੈਪਲੋਇਡ ਹੈ zygote ਹੈ ਜਿਹੜਾ ਬੇਟੇ ਇਹ ਡਿਪਲੋਇਡ ਹੈ and triploid ਕਿਹੜਾ ਹੁੰਦਾ ਹੈ endosperm ਹੁੰਦਾ ਹੈ ਬੇਟੇ ਕਿਵੇਂ ਦੇਖੋ endosperm ਦੇ ਅੰਦਰ ਤਿੰਨ ਸੈਲਸ ਨੇ ਤਾਂ ਉਹ ਟ੍ਰਿਪਲੋਇਡ ਹੋ ਗਿਆ zygote ਦੇ ਕੋਲ ਦੋ ਸੈਲਸ ਨੇ ਤਾਂ ਉਹ ਡਿਪਲੋਇਡ ਹੋ ਗਿਆ ਇੱਕ ਮੇਲ एक फीमेल पार्ट ठीक है सिनर्जिड दे कोल तो सिंगल सेल्स ही ने ठीक है ताई आंसर आऊगा बेटे डी पार्ट वाला दैट इज हैप्लॉइड डिप्लॉइड एंड ट्रिप्लॉइड ठीक है ਅੱਗੇ बेटे ਜਿਹੜੇ नेक्स्ट क्वेश्चंस ने ਉਹ ਆਪਣੇ ਕੋਲ ਪੋਲੀਨੇਸ਼ਨ ਤੇ ਨੇ ਉਹ ਆਪਾਂ नेक्स्ट ਕਲਾसेस ਦੇ ਅੰਦਰ ਡਿਸਕਸ ਕਰਾਂਗੇ बेटे ठीक है ਤਾਂ ਕੱਲ ਆਪਾਂ ਪੋਲੀਨੇਸ਼ਨ ਡਿਸਕਸ ਕਰਾਂਗੇ ਉਸ ਤੋਂ ਪਹਿਲੇ ਕਿਉਂਕਿ ਆਪਾਂ ਵੈਸੇ ਪੋਲੀਨੇਸ਼ਨ ਕੀਤਾ ਹੋਇਆ ਹੈ ਤਾਂ ਤੁਸੀਂ बेटे ਪੋਲੀਨੇਸ਼ਨ ਵਾਲਾ ਟੌਪਿਕ ਤੁਸੀਂ ਨਾਲ ਆਪਣੀਆਂ ਜਿਹੜੀਆਂ ਸਬਜੈਕਟਿਵ ਵਾਲੀਆਂ ਵੀਡੀਓਜ਼ ਨੇ ਨਾ ਉਹ ਨਾਲ ਦੇਖ ਲਿਆ ਕਰੋ ਪਹਿਲੇ ਹੀ ਉਹਨਾਂ ਨੂੰ ਇੱਕ ਵਾਰੀ ਰਿਵਿਊ ਕਰ ਲਓ ਆਪਾਂ ਇੱਥੇ ਸਿਰਫ ਰਿਵੀਜ਼ਨ ਕਰਨੀ ਹੈ ਤੇ ਨਾਲ ਐਮਸੀਕਿਊਜ਼ ਜਿੰਨੇ ਜ਼ਿਆਦਾ ਹੋ ਸਕਣਗੇ ਹਜੇ ਮੈਂ ਤੁਹਾਡਾ ਬੇਸ ਬਣਾ ਰਹੀ ਹਾਂ ਇਸ ਕਰਕੇ ਮੈਂ ਤੁਹਾਨੂੰ ਟੌਪਿਕ ਨਾਲ ਚੱਲ ਰਹੀ ਹਾਂ ਬੇਟੇ ਲੈ ਕੇ ਤਾਂ ਤੁਸੀਂ ਉਹ ਸਬਜੈਕਟਿਵ ਵਾਲੀਆਂ ਵੀਡੀਓਜ਼ ਜੋ ਵੀ ਕਰੋਗੇ ਆਪਾਂ ਇੱਥੇ ਵੀ ਡਿਸਕਸ ਕਰਾਂਗੇ ਪਲੱਸ ਆਪਾਂ ਐਮਸੀਕਿਊਜ਼ ਡਿਸਕਸ ਕਰਾਂਗੇ ਹੁਣ ਬੇਟੇ ਬਾਕੀ ਦੇ ਐਮਸੀਕਿਊਜ਼ ਨੇ ਜਿਹੜੇ ਤੁਸੀਂ ਫਰਸਟ 20 ਐਮਸੀਕਿਊਜ਼ ਨੇ ਜਿਹੜੇ ਉਹ ਟਰਾਈ ਕਰ ਲਿਓ ਠੀਕ ਹੈ अगर कोई पॉलिनेशन ਦਾ ਆਏ ਜੇ ਤੁਹਾਨੂੰ ਲੱਗਦਾ ਹੋਏ ਕਿ ਮੈਨੂੰ ਆਂਦਾ ਜਿਵੇਂ 14th ਕੁਐਸਚਨ ਹੈ ਇਹ ਆਪਾਂ ਨੂੰ ਦੇਖ ਕੇ ਹੀ ਪਤਾ ਚੱਲ ਰਿਹਾ ਡਾਇਗਰਾਮ ਤੋਂ ਕਿ ਇਹ ਵੈਲਿਸਨੇਰੀ ਹੈ ਠੀਕ ਹੈ ਤੇ ਇਹ ਹਾਈਡਰੋ ਜਿਹੜਾ ਹੈ ਆਪਣੇ ਕੋਲ ਵਾਟਰ ਪੋਲੀਨੇਸ਼ਨ ਹੋ ਰਹੀ ਹੈ ਹਾਈਡਰੋਫਿਲੀ ਹੋ ਰਹੀ ਹੈ ਕਿਉਂਕਿ ਪਾਣੀ ਦਿਖਾਇਆ ਹੋਇਆ ਦਿਸ ਇਜ਼ ਵਾਟਰ ਆ ਪੋਲਨ ਗ੍ਰੇਨਸ ਗਿਰ ਰਹੇ ਨੇ ਠੀਕ ਹੈ ਮੇਲ ਪਾਰਟ ਮੇਲ ਫਲਾਵਰ ਦੇਖੋ ਆਪਣੇ ਕੋਲ ਇੱਥੇ ਦਿਖਾਇਆ ਹੋਇਆ ਆ ਫੀਮੇਲ ਪਾਰਟ ਹੈ ਤਾਂ ਇਹ ਆਪਣਾ ਇਸ ਚੀਜ਼ ਨੂੰ ਵਾਟਰ ਦੀ ਸਰਫੇਸ ਤੋਂ ਕੈਪਚਰ ਕਰੂਗਾ ਠੀਕ ਹੈ ਤਾਂ ਇਹ ਆਪਾਂ ਨੂੰ ਦੇਖ ਕੇ ਪਤਾ ਚੱਲ ਗਿਆ ਜਿਹੜਾ ਦੇਖ ਕੇ ਪਤਾ ਚੱਲੇ ਉਹ ਕੁਐਸਚਨ ਜ਼ਰੂਰ ਸੋਲਵ ਕਰਿਓ ਬੇਟੇ ਕਿਉਂਕਿ ਆਪਾਂ ਥਿਊਰੀ ਚ ਸਾਰਾ ਕੀਤਾ ਹੋਇਆ ਤਾਂ ਅੱਜ ਤੁਸੀਂ ਸਬਜੈਕਟਿਵ ਚੋਂ ਪੋਲੀਨੇਸ਼ਨ ਦੀਆਂ ਵੀਡੀਓਜ਼ ਚੈੱਕ ਕਰਨੀਆਂ ਨੇ ਬੇਟੇ ਉਹ ਦੇਖ ਲਿਓ ਵੀਡੀਓਜ਼ ਆਪਣੀ ਬੁੱਕ ਚੋਂ ਉਹਨੂੰ ਰੀਡ ਕਰ ਲਿਓ ਤਾਂ ਨੈਕਸਟ ਕਲਾਸ ਦੇ ਅੰਦਰ ਆਪਾਂ ਪੋਲੀਨੇਸ਼ਨ ਨੂੰ ਗੋ ਥਰੂ ਕਰਕੇ ਫਿਰ ਆਪਾਂ ਜਿਹੜੇ ਐਮਸੀਕਿਊਜ਼ ਛੱਡੇ ਨੇ ਉਹ ਆਪਾਂ ਐਮਸੀਕਿਊਜ਼ ਕਰਾਂਗੇ ਠੀਕ ਹੈ ਜਿਹੜੇ ਵੀ ਬੱਚੇ ਦਾ ਡਾਊਟ ਹੈ ਕੋਈ ਵੀ ਉਹ ਤੁਸੀਂ ਮੈਨੂੰ ਆਪਣੇ ਚੈਟ ਬਾਕਸ ਚ ਇੱਥੇ ਨਹੀਂ ਆਪਣੇ WhatsApp ਤੇ ਮੈਨੂੰ ਆਪਣੇ ਗਰੁੱਪ ਚ ਮੈਸੇਜ ਡ੍ਰੌਪ ਕਰ ਦਿਓ ਆਪਾਂ ਨੈਕਸਟ ਕਲਾਸ ਦੇ ਅੰਦਰ ਡਿਸਕਸ ਕਰ ਲਾਂਗੇ ਠੀਕ ਹੈ ਬੇਟੇ ਤਾਂ ਮੈਂ ਅਗਰ ਕਿਸੇ ਦਾ ਡਾਊਟ ਹੈ ਤਾਂ ਪੁੱਛ ਲਓ ਨਹੀਂ ਤਾਂ ਆਈ ਲੀਵ ਦਾ ਕਲਾਸ ਨਹੀਂ ਕਿਉਂਕਿ ਬੇਟੇ ਫਿਰ ਕਲਾਸ ਆਪਣੇ ਆਪ 40 ਮਿੰਟਸ ਬਾਅਦ ਆਟੋਮੈਟਿਕਲੀ ਬੰਦ ਹੋ ਜਾਂਦੀ ਹੈ ਠੀਕ ਹੈ ਤਾਂ ਤੁਹਾਡੇ ਕੋਲ ਬੇਟੇ 1.5 ਮਿੰਟਸ ਹੈਗੇ ਨੇ ਤੁਸੀਂ ਆਪਣਾ ਕੋਈ ਡਾਊਟ ਹੈ ਤਾਂ ਪੁੱਛ ਸਕਦੇ ਹੋ ਅਦਰਵਾਈਜ਼ ਆਈ ਆਫ ਦਾ ਕਲਾਸ ਮੈਮ ਇੱਕ ਜਿਹੜਾ 8th MCQ ਦੇ ਵਿੱਚ ਫਰਸਟ ਆਪਸ਼ਨ ਦੇ ਵਿੱਚ ਸੈਕੰਡਰੀ ਨਿਊਕਲੀਅਸ ਦਿੱਤਾ ਹੋਇਆ ਹੈ ਹਾਂਜੀ ਬੇਟੇ
ਇਹ ਕਿਸ ਨੂੰ ਡਿਸਕ੍ਰਾਈਬ ਕਰ ਰਿਹਾ ਹੈ? ਤੇ ਬੇਟੇ ਸੈਕੰਡਰੀ ਨਿਊਕਲੀਅਸ ਕੋਈ ਆਪਣੇ ਕੋਲ ਇੱਥੇ ਟਰਮ ਨਹੀਂ ਹੁੰਦੀ, ਆਪਾਂ ਲੈ ਕੇ ਚੱਲਦੇ ਆ। ਇੱਕ ਤਾਂ ਆਪਣਾ ਜਿਹੜਾ ਆਪਣੇ ਕੋਲ ਜਾਂ ਤਾਂ ਇਹਨਾਂ ਨੇ ਮੇਲ ਦੇ 2 ਨਿਊਕਲੀਅਸ ਨੇ ਨਾ, ਮੇਲ ਗੈਮੀਟੋਫਾਈਟ 2 ਨੇ, ਤਾਂ ਉਹਨਾਂ ਨੇ ਇਹਨਾਂ ਨੂੰ ਹੀ ਇੱਕ ਨੂੰ ਪ੍ਰਾਇਮਰੀ ਕੰਸੀਡਰ ਕੀਤਾ, ਇੱਕ ਨੂੰ ਸੈਕੰਡਰੀ ਕੰਸੀਡਰ ਕੀਤਾ, ਤਾਂ ਇਹ ਆਪਸ਼ਨ ਨਹੀਂ ਬਣੂਗੀ ਬੇਟੇ, ਕਿਉਂਕਿ ਇੱਥੇ ਫੀਮੇਲ ਦਾ ਪਾਰਟ ਤਾਂ ਆਪਾਂ ਡਿਸਕਸ ਹੀ ਨਹੀਂ ਕੀਤਾ। ਉੱਪਰ ਆਪਾਂ ਕਹਿ ਰਹੇ ਆ ਫਰਟੀਲਾਈਜ਼ਡ ਐਮਬ੍ਰੀਓ ਸੈਕ, ਤਾਂ ਫਰਟੀਲਾਈਜ਼ਡ ਤੋਂ ਬਾਅਦ ਤਾਂ ਮੇਲ ਪਾਰਟ ਦਾ ਸੈਕੰਡਰੀ ਨਿਊਕਲੀਅਸ ਦਾ ਕੋਈ ਮਤਲਬ ਨਹੀਂ ਬਣ ਰਿਹਾ ਨਾ, ਤਾਂ ਇਸ ਕਰਕੇ ਸੈਕੰਡਰੀ ਨਿਊਕਲੀਅਸ ਉਹਨੂੰ ਕਿਹਾ ਬੇਟੇ। ਮੇਲ ਦੇ 2 ਜਿਹੜੇ ਗੈਮੀਟਸ ਨੇ ਉਹਨਾਂ ਚੋਂ ਇੱਕ ਨੂੰ ਪ੍ਰਾਇਮਰੀ ਕੰਸੀਡਰ ਕਰ ਲਿਆ ਆਪਾਂ, ਇੱਕ ਨੂੰ ਸੈਕੰਡਰੀ ਕੰਸੀਡਰ ਕਰ ਲਿਆ, ਠੀਕ ਹੈ, ਤਾਂ ਉਹ ਸੈਕੰਡਰੀ ਨਿਊਕਲੀਅਸ ਹੈ। ਆਪਾਂ ਨਿਊਕਲੀਅਸ ਵਰਡ ਬੋਲਣਾ ਹੀ ਨਹੀਂ ਹੈਗਾ। ਓਕੇ ਮੈਮ। ਠੀਕ ਹੈ, ਤਾਂ ਇਹ ਵਾਲੇ ਜਿਹੜੇ ਬੇਟੇ ਜਿਹੜੇ ਮੈਂ ਦਿੱਤੇ ਨੇ ਇਹ ਪਲੱਸ ਜਿਹੜੇ ਤੁਹਾਡੀ ਬੁੱਕ 'ਚ ਨੇ, ਮੈਂ ਕੱਲ ਵੀ ਕਿਹਾ ਸੀ ਪਰਸੋਂ ਵੀ ਕਿਹਾ ਸੀ, ਇਹ ਸਾਰੇ MCQs ਟਰਾਈ ਕਰੋ, ਡਾਊਟਸ ਪੁੱਛੋ, ਤਾਂ ਹੀ ਇਹ ਕਲਾਸ ਲਗਾਉਣ ਦਾ ਬੈਨੀਫਿਟ ਹੈ, ਅਦਰਵਾਈਜ਼ देयर वुड बी नो बेनिफिट। ठीक है, ठीक है बेटे, कोई और डाउट है? कशिश, हरसिमरन, काशवी? नो मैम। ठीक है बेटे, ठीक है, ओके बेटे, ਤਾਂ ਨੈਕਸਟ ਕਲਾਸ 'ਚ ਮਿਲਦੇ ਆ। ਉਸ ਤੋਂ ਪਹਿਲੇ ਤੁਹਾਡੇ ਤਿੰਨਾਂ ਦੇ ਬੁੱਕ ਵਾਲੇ ਤੇ ਇਹ ਜਿਹੜੇ ਮੈਂ ਨੋਟਸ ਦਿੱਤੇ ਨੇ ਇਹ ਵਾਲੇ MCQ ਸੋਲਵ ਹੋਣੇ ਚਾਹੀਦੇ ਨੇ, ਤਾਂ ਮੈਂ ਨੈਕਸਟ ਕਲਾਸ ਡਿਸਕਸ ਕਰੂੰਗੀ। ਠੀਕ ਹੈ, ओके बेटे।